ਅੱਜ ਐਡਮਿੰਟਨ ਸ਼ਹਿਰ ਵਿੱਚ ਐਡਮਿੰਟਨ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਗਿਆ। ਵੈਸੇ ਤਾਂ ਇਹ ਉਪਰਾਲਾ ਥਰੂ ਆਊਟ ਕੈਨੇਡਾ ਦੇ ਵਿੱਚ ਕੀਤਾ ਗਿਆ ਹੈ। ਜਿਹੜੀਆਂ ਸਿੱਖ ਮੋਟਰਸਾਈਕਲ ਕਲੱਬ ਹੈਗੀਆਂ ਉਹਨਾਂ ਵੱਲੋਂ ਆਪਣੇ ਭਾਈਚਾਰੇ ਦੇ ਵਿੱਚ ਜਿਹੜੀ ਡਾਇਬੈਟਿਕ ਪ੍ਰੋਬਲਮ ਆ, ਬਹੁਤ ਡਾਇਬੀਟੀਜ਼ ਦੀ, ਉਹਦੇ ਲਈ ਇਹਨਾਂ ਨੇ ਅੱਜ ਫੰਡ ਰੇਜ਼ਿੰਗ ਲਈ ਜਿਹੜਾ ਜੀ ਅੱਜ ਉਪਰਾਲਾ ਕੀਤਾ, ਜਿਹਦੇ ਵਿੱਚ ਕੋਈ 40 ਦੇ ਕਰੀਬ ਮੋਟਰਸਾਈਕਲ ਜਿਹੜੇ ਆ ਉਹਨਾਂ ਨੇ ਹਿੱਸਾ ਲਿਆ ਆ। ਰਾਈਡਰਸ ਨੇ ਅੱਜ ਦੁਪਹਿਰੇ 12 ਵਜੇ ਆਰੰਭ ਕੀਤਾ ਸੀਗਾ ਅਤੇ ਹੁਣ 4 ਵਜੇ ਦੇ ਕਰੀਬ ਇੱਥੇ ਮਿਲਵੁੱਡ ਟਾਊਨ ਸੈਂਟਰ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਯਾਤਰਾ ਉਹ ਸਮਾਪਤ ਕੀਤੀ ਆ। ਅਤੇ ਆਓ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਸਿੰਘ ਹੋਰਾਂ ਦੇ ਨਾਲ ਭਈ ਇਹ ਉਪਰਾਲਾ ਕਰਨ ਦੀ ਜ਼ਰੂਰਤ ਕਿਉਂ ਪਈ ਇਹਨਾਂ ਨੂੰ, ਔਰ ਜਿਹੜਾ ਹੈ ਦੇਖੋ ਉਪਰਾਲਾ ਬਹੁਤ ਵਧੀਆ ਆ, ਪਰ ਇਨੀਸ਼ੀਏਟਿਵ ਜਿਹੜਾ ਇਹਨਾਂ ਨੇ ਲਿਆ ਉਹ ਪੁੱਛਦੇ ਹਾਂ ਵੀ ਕਿਸ ਤਰ੍ਹਾਂ ਇਹ ਸਾਰਾ ਸਬੱਬ ਬਣਿਆ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਮੈਂ ਗੁਰਪ੍ਰੀਤ ਪੰਦੇਰ, ਸਿੱਖ ਮੋਟਰਸਾਈਕਲ ਕਲੱਬ ਐਡਮਿੰਟਨ ਦਾ ਐਕਟਿਵ ਮੈਂਬਰ ਹਾਂ। ਇਹ ਐਕਚੁਅਲੀ ਉਪਰਾਲਾ ਮਿਸਟਰ ਅਵਤਾਰ ਸਿੰਘ ਜੀ ਫਰੋਮ BC ਐਂਡ ਓਨਟਾਰੀਓ ਦੇ ਕਲੱਬਾਂ ਨੇ ਪਹਿਲਾਂ ਕੀਤਾ। ਉਹ ਪਹਿਲੇ ਹੀ ਫੰਡ ਰੇਜ਼ ਕਰਦੇ ਸੀ, ਪਰ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਆਪਣੇ ਭਾਈਚਾਰੇ ਦੇ ਨਾਲ ਹੋਰਾਂ ਵੀ ਕਮਿਊਨਿਟੀਆਂ ਦੇ ਵਿੱਚ ਡਾਇਬੀਟੀਜ਼ ਦੀ ਪ੍ਰੋਬਲਮ ਬਹੁਤ ਵੱਡੀ ਸਮੱਸਿਆ ਅਤੇ ਉਹਦਾ ਅਜੇ ਤੱਕ ਕਿਉਰ ਫਾਈਂਡ ਨਹੀਂ ਹੋਇਆ। ਭਾਵੇਂ ਕਿ ਜਿਹੜੀ ਇਨਸੂਲਿਨ ਆ ਉਹਦੀ ਇਨਵੈਂਸ਼ਨ 100 ਸਾਲ ਹੋ ਗਏ ਇਨਵੈਂਟ ਹੋਈ ਨੂੰ, ਪਰ ਅਜੇ ਤੱਕ ਆਪਾਂ ਇਸ ਬਿਮਾਰੀ ਨੂੰ ਕਿਉਰ ਨਹੀਂ ਕਰ ਸਕੇ। ਇਸੇ ਕਰਕੇ ਸਾਰੇ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵਾਈਡ ਨੇ ਡਿਸਾਈਡ ਕੀਤਾ ਕਿ ਆਪਾਂ ਇਸ ਸਾਲ 31 ਜੁਲਾਈ ਨੂੰ ਕੈਨੇਡਾ ਵਾਈਡ ਹੀ ਥਰੂ ਆਪਾਂ ਫੰਡ ਰੇਜ਼ ਕਰੀਏ। ਆਪਾਂ ਆਪਣੀਆਂ ਸਿਟੀਆਂ ਦੇ ਵਿੱਚ ਕੋਵਿਡ ਰਿਸਟ੍ਰਿਕਸ਼ਨ ਕਰਕੇ ਅਸੀਂ ਫਿਰ ਥੋੜ੍ਹਾ ਲਿਮਟਿਡ ਹੋ ਗਏ ਸਿਟੀ ਵਾਈਡ ਹੀ। ਅਦਰਵਾਈਜ਼ ਪਹਿਲਾਂ ਪਲਾਨ ਸੀਗਾ ਕਿ ਆਪਾਂ ਕੈਲਗਰੀ ਤੋਂ ਐਡਮਿੰਟਨ ਜਾਂ ਐਡਮਿੰਟਨ ਤੋਂ ਕੈਲਗਰੀ ਵੀ ਆਪਾਂ ਰਾਈਡ ਕਰ ਸਕਦੇ ਆਪਾਂ ਆਪਣੇ ਪ੍ਰੋਵਿੰਸਾਂ ਦੇ ਵਿੱਚ, ਪਰ ਅਸੀਂ ਫਿਰ ਆਪੋ ਆਪਣੀਆਂ ਸਿਟੀਆਂ ਦੇ ਵਿੱਚ ਹੀ ਰਾਈਡ ਕੀਤੀ ਆ ਅਤੇ ਫੰਡ ਰੇਜ਼ ਕੀਤਾ। ਸਾਡਾ ਜਿਹੜਾ ਮੇਨ ਗੋਲ ਸੀਗਾ ਉਹ ਹੈਗਾ ਸੀ $100,000 ਰੇਜ਼ ਕਰਨ ਦਾ, ਪਰ ਰੱਬ ਦੀ ਕਿਰਪਾ ਨਾਲ $1,13,000 ਸੋ ਫਾਰ ਆਪਾਂ ਨੂੰ ਇਕੱਠਾ ਹੋ ਚੁੱਕਿਆ। ਜੇ ਹੋਰ ਵੀ ਕੋਈ ਵੀਰ ਭੈਣ ਜਾਂ ਭਾਈ ਡੋਨੇਟ ਕਰਨਾ ਚਾਹੁੰਦਾ, ਉਹ ਰਾਈਡ ਫਾਰ ਕਾਜ਼ 'ਤੇ ਜਾ ਕੇ ਸਟਿਲ ਡੋਨੇਟ ਕਰ ਸਕਦਾ। ਦਸੰਬਰ 31 ਤੱਕ ਸਟਿਲ ਇਹ ਜਿਹੜਾ ਹੈਗਾ ਵੈਬਸਾਈਟ ਐਕਟਿਵ ਰਹੇਗੀ ਅਤੇ ਉਹ ਸਾਰਾ ਜੋ ਫੰਡ ਹੋਏਗਾ ਉਹ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੇ ਖਾਤੇ ਵਿੱਚ ਪਾਇਆ ਜਾਊਗਾ ਅਤੇ ਈਅਰ ਐਂਡ 'ਤੇ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਆਪਾਂ $1,13,000 ਤੋਂ ਉੱਪਰ ਕਿੰਨੀ ਅਮਾਊਂਟ ਆਪਾਂ ਹੋਰ ਰੇਜ਼ ਕਰ ਚੁੱਕੇ ਹਾਂ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਵੀ ਆਪਣੀ ਕਮਿਊਨਿਟੀ ਦੇ ਨਾਲ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਵੀ ਸੇਮ ਪ੍ਰੋਬਲਮ ਆ, ਪਰ ਜਿਹਦੀ ਵੱਡੀ ਪ੍ਰੋਬਲਮ ਹੈਗਾ ਜਿਹੜੇ ਛੋਟੇ ਬੱਚੇ ਬੌਰਨ ਹੁੰਦੇ ਨੇ, ਉਹ ਡਾਇਬਟੀਜ਼ ਦੀ 1 ਟਾਈਪ ਆ ਜਿਹੜੀ ਉਹ ਥੋੜ੍ਹਾ ਜਿਹਾ ਹਾਰਡ ਹੈਗੀ ਆ, ਕਿਉਂਕਿ ਇੱਕ ਤਾਂ ਬੱਚਾ ਛੋਟਾ ਹੁੰਦਾ, ਬੌਰਨ ਹੁੰਦਾ, ਉਹ ਮੈਨੇਜ ਨਹੀਂ ਕਰ ਸਕਦਾ, ਉਹਨੂੰ ਪਤਾ ਨਹੀਂ ਹੁੰਦਾ ਕਿ ਉਹਨੂੰ ਕੀ ਬਿਮਾਰੀ ਆ। ਪੇਰੈਂਟਸ ਵੀ ਕਈ ਵਾਰ ਗਿਵ ਅਪ ਕਰ ਦਿੰਦੇ ਆ ਅਤੇ ਅਬੈਂਡਨ ਛੱਡ ਦਿੰਦੇ ਆ ਕਈ ਵਾਰ ਬੱਚਿਆਂ ਨੂੰ। ਇਹ ਜਿਹੜਾ ਡਾਇਬਟੀਜ਼ ਕੈਨੇਡਾ ਉਹ ਉਹਨਾਂ ਲਈ ਕਿਉਰ ਫਾਈਂਡ ਕਰਨ ਦੇ ਨਾਲ ਰਿਸਰਚ ਦੇ ਨਾਲ ਉਹਨਾਂ ਨੂੰ ਕਲਾਸਿਸ ਦਿੰਦੇ ਨੇ, ਪੇਰੈਂਟਸ ਨੂੰ ਕਲਾਸਿਸ ਦਿੰਦੇ ਨੇ। ਜਦੋਂ ਬੱਚਾ 4-5 ਸਾਲ ਤੋਂ ਵੱਡਾ ਹੋ ਜਾਂਦਾ ਤਾਂ ਬੱਚੇ ਨੂੰ ਵੀ ਉਹ ਕਲਾਸਿਸ ਦੇ ਥਰੂ ਮਤਲਬ ਡਾਇਬਟੀਜ਼ ਨੂੰ ਕਿੱਦਾਂ ਮੈਨੇਜ ਕਰਨਾ, ਡੇਲੀ ਲਾਈਫ ਨੂੰ ਕਿੱਦਾਂ ਮੈਨੇਜ ਕਰਨਾ, ਅਤੇ ਫਿਰ ਉਹ ਬੱਚੇ ਨੂੰ ਟੀਚ ਕਰਦੇ ਨੇ ਬਈ ਤੁਸੀਂ ਲਾਈਫ ਲੌਂਗ ਲਿਵ ਕਰ ਸਕਦੇ ਹੋ। ਅਦਰਵਾਈਜ਼ ਜੇ ਇਹਦਾ ਕਿਉਰ ਨਾ ਫਾਈਂਡ ਹੋਇਆ ਅਤੇ ਡੈਫੀਨੇਟਲੀ ਜਿਹੜੀ ਨੈਕਸਟ ਜਨਰੇਸ਼ਨ ਆ ਉਹਨੂੰ ਥੋੜ੍ਹਾ ਹੋਰ ਫੇਸ ਕਰਨਾ ਪਏਗਾ। ਨਾਟ ਸ਼ੋਰ ਕਿ ਕਿੰਨੇ ਕੁ ਬੱਚੇ ਐਨੂਅਲੀ ਇਸ ਡਾਇਬਟੀਜ਼ ਦੀ ਵਜ੍ਹਾ ਕਰਕੇ ਮਤਲਬ ਬੌਰਨ ਹੁੰਦੇ ਨੇ ਅਤੇ ਡਾਇਗਨੋਜ਼ ਹੋਣ ਤੋਂ ਬਾਅਦ ਉਹ ਐਂਡ ਹੋ ਜਾਂਦਾ ਉਹਨਾਂ ਦਾ। ਅਪਰੋਕਸੀਮੇਟਲੀ ਟੋਟਲ ਕੈਨੇਡਾ ਦੀ ਜਿੰਨੀ ਪਾਪੂਲੇਸ਼ਨ ਆ ਉਹਦਾ 11 ਮਿਲੀਅਨ ਜਿਹੜੇ ਪੀਪਲ ਨੇ ਉਹਨਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਨਾਲ ਉਹ ਜੂਝ ਰਹੇ ਨੇ ਇਸ ਟਾਈਮ। ਅਤੇ ਇਹ ਕੋਈ ਈਜੀ ਬਿਮਾਰੀ ਨਹੀਂ ਹੈ, ਸਵੀਅਰ ਡਿਜ਼ੀਜ਼ ਹੈਗੀ ਆ ਜਿਹਦਾ ਕਿਉਰ ਫਾਈਂਡ ਕਰਨਾ ਜ਼ਰੂਰੀ ਆ। ਅਤੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ 100 ਸਾਲ ਹੋਰ ਅਸੀਂ ਵੇਟ ਕਰਦੇ, ਜਿਸ ਤਰ੍ਹਾਂ ਕਿ ਇਨਸੂਲਿਨ ਦੀ ਜਿਹੜੀ ਹੈਗੀ ਆ ਇਜਾਦ ਕਾਢ ਆ ਉਹ 100 ਸਾਲ ਹੋ ਗਏ ਸਟਿਲ ਕਿਉਰ ਨਹੀਂ ਫਾਈਂਡ ਹੋਇਆ। ਪਰ ਜਿਸ ਤਰ੍ਹਾਂ ਕਿ ਸੰਸਥਾ ਨੂੰ ਰਿਸਰਚ ਲਈ ਫੰਡਸ ਦੀ ਲੋੜ ਹੈਗੀ ਆ ਅਤੇ ਉਹ ਫੰਡ ਰੇਜ਼ ਕਰਨ ਦੀ ਖਾਤਰ ਥਰੂ ਆਊਟ ਕੈਨੇਡਾ ਸਿੱਖ ਮੋਟਰਸਾਈਕਲ ਕਲੱਬ ਆਪੋ ਆਪਣੀਆਂ ਸਿਟੀਆਂ ਵਿੱਚ ਰਾਈਡ ਕੱਢ ਰਹੇ ਨੇ ਅਤੇ ਅਵੇਅਰਨੈਸ ਸਪਰੈਡ ਕਰ ਰਹੇ ਨੇ ਡਿਫਰੈਂਟ ਕਮਿਊਨਿਟੀ ਦੇ ਵਿੱਚ, ਅਤੇ ਨਾਲ ਦੀ ਨਾਲ ਫੰਡ ਰੇਜ਼ ਕਰ ਰਹੇ ਨੇ। ਤੁਹਾਨੂੰ ਐਡਮਿੰਟਨ ਸ਼ਹਿਰ ਵਿੱਚੋਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਜੀ? ਜਿੰਨੇ ਤੱਕ ਅਸੀਂ ਅਪਰੋਚ ਕੀਤਾ, ਬੇਸਿਕਲੀ ਜੇ ਆਪਾਂ ਦੇਖੀਏ ਸਾਰੇ ਜਾਣੇ ਆਪੋ ਆਪਣੀ ਲਾਈਫ ਦੇ ਵਿੱਚ ਬਿਜ਼ੀ ਨੇ। ਮੋਸਟ ਪੀਪਲ ਨੂੰ ਨਹੀਂ ਪਤਾ ਇਹਦੇ ਬਾਰੇ ਕਿ ਡਾਇਬਟੀਜ਼ ਹੈ ਕੀ ਆ, ਟਾਈਪ 1 ਕੀ ਆ, ਟਾਈਪ 2 ਕੀ ਆ। ਅਤੇ ਜਿਨ੍ਹਾਂ ਨੂੰ ਅਸੀਂ ਗੱਲ ਕੀਤੀ ਆ ਉਹਨਾਂ ਨੇ ਬਹੁਤ ਇੰਟਰਸਟ ਨਾਲ ਸੁਣਿਆ। ਉਹਨਾਂ ਨੂੰ ਮਤਲਬ ਵਰੀ ਹੋਈ ਕਿ ਦਸ ਇਜ਼ ਰੀਅਲੀ ਸਵੀਅਰ ਡਿਜ਼ੀਜ਼ ਆ, ਇਹਦੇ ਬਾਰੇ ਸਾਨੂੰ ਸੋਚਣ ਦੀ ਲੋੜ ਆ, ਅਤੇ ਉਹਨਾਂ ਨੇ ਸਾਰਿਆਂ ਨੇ ਫੰਡ ਸਾਨੂੰ ਪ੍ਰੋਵਾਈਡ ਕੀਤੇ ਨੇ। ਡਾਇਬਟੀਜ਼ ਕੈਨੇਡਾ ਨੂੰ ਡੋਨੇਟ ਕੀਤਾ ਉਹਨਾਂ ਨੇ। ਸੋ ਦੋਸਤੋ, ਇਹ ਤੁਸੀਂ ਗੱਲਬਾਤ ਸੁਣੀ ਆ ਗੁਰਪ੍ਰੀਤ ਸਿੰਘ ਪੰਦੇਰ ਹੋਰਾਂ ਪਾਸੋਂ, ਜਿਹੜੇ ਪਰਪਜ਼ਲੀ ਉਹਨਾਂ ਨੇ ਇਹ ਅੱਜ ਦੀ ਮੁਹਿੰਮ ਚਲਾਈ ਸੀ।
ਔਰ ਜਿੱਦਾਂ ਉਹਨਾਂ ਨੇ ਦੱਸਿਆ ਕਿ 31 ਦਸੰਬਰ 2021 ਤੱਕ ਇਹ ਜਿਹੜੀ ਸਾਈਟ ਹੈਗੀ ਆ ਵੈਬਸਾਈਟ ਉਹ ਓਪਨ ਰਹੇਗੀ। ਉਦੋਂ ਤੱਕ ਤੁਸੀਂ ਘਰ ਬੈਠੇ ਆਪਣੇ ਕੰਪਿਊਟਰ ਤੋਂ rideforcause.ca ਤੇ ਜਾ ਕੇ ਪੈਸੇ ਜਿਹੜੇ ਆ ਡੋਨੇਟ ਕਰ ਸਕਦੇ ਆ ਔਰ ਇਹ ਭਲਾਈ ਦਾ ਕੰਮ ਆ, ਇਹਦੇ ਵਿੱਚ ਯੋਗਦਾਨ ਆਪਾਂ ਨੂੰ ਜ਼ਰੂਰ ਪਾਉਣਾ ਚਾਹੀਦਾ। ਲਓ ਜੀ, ਇਸ ਵੇਲੇ ਮੇਰੇ ਨਾਲ ਰੌਡ ਲਿਓਲਾ ਹੋਰੀ ਨੇ ਜਿਹੜੇ ਇੱਥੇ ਸਾਡੇ MLA ਆ NDP ਪਾਰਟੀ ਦੇ ਔਰ ਅਲਬਰਟਾ ਲੈਜਿਸਲੇਚਰ ਵਿੱਚ ਬੈਠਦੇ ਨੇ। ਉਹ ਵੀ ਮੋਟਰਸਾਈਕਲ ਕਲੱਬ ਦੇ ਨਾਲ ਅੱਜ ਜਿਹੜੀ ਰਾਈਡ ਆ ਇਹ ਪੂਰੀ ਉਹਨੇ ਕੀਤੀ ਆ ਔਰ ਉਹਨਾਂ ਨਾਲ ਗੱਲਬਾਤ ਕਰਦੇ ਆ। ਰੌਡ, ਵੈਲਕਮ ਟੂ ਚੈਨਲ ਪੰਜਾਬੀ। Thank you very much. Sat Sri Akal. ਸਤਿ ਸ੍ਰੀ ਅਕਾਲ। What was the main reason that you participated in this thing today? Well, you know, you may remember a few years ago, along with the Sikh Motorcycle Club, we had an opportunity to actually work towards the Sikh helmet exemption. So ever since that day, the brothers from the Sikh Motorcycle Club have been very gracious and accepted me into the group as a brother of one of their own. And I'm very happy that every time they do a major ride, they always invite me, and I'm always happy to join. And today was one of those days, a great cause, raising awareness about diabetes. It's, you know, this is an illness that continues to plague our society. I'm so happy that with the efforts of all the Sikh motorcycle clubs from across Canada, more than $113,000 was raised for diabetes. This is an incredible accomplishment, and the community should be very proud. ਥੈਂਕ ਯੂ ਵੈਰੀ ਮਚ। You're very welcome. ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਲਓ, ਇਸ ਵੇਲੇ ਮੈਂ ਵਾਰਡ 12 ਦੇ ਕਾਉਂਸਲਰ ਮੋਹ ਬੰਗਾ ਹੋਰਾਂ ਦੇ ਨਾਲ ਖੜਾ ਦੀਆਂ ਗਰਾਊਂਡ 'ਚ ਜਿਹੜਾ ਹੈਰੀਟੇਜ ਮੇਲਾ ਮਨਾਇਆ ਜਾ ਰਿਹਾ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਬੰਗਾ ਸਾਹਿਬ, ਤੁਹਾਨੂੰ ਪਤਾ ਵੀ ਇਹ ਜਿਹੜਾ ਮੇਲਾ ਸਿੱਖ ਫੈਡਰੇਸ਼ਨ ਨੂੰ ਮਨਾਉਣਾ ਪੈ ਰਿਹਾ ਕਿਉਂਕਿ ਹੈਰੀਟੇਜ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਜਿੱਥੇ ਸਾਰੀਆਂ ਕਮਿਊਨਿਟੀਜ਼ ਆਪਣੇ ਪਵੇਲੀਅਨ ਲਾ ਕੇ ਪ੍ਰਗਟਾਵਾ ਕਰਦੀਆਂ ਨੇ ਆਪਣੇ ਕਲਚਰ ਦਾ, ਉੱਥੇ ਮੌਕਾ ਨਹੀਂ ਦਿੱਤਾ ਜਾਂਦਾ, ਤੋ ਇਸ ਕਰਕੇ ਇੱਥੇ ਕਰਨਾ ਪੈ ਰਿਹਾ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ? ਮੈਂ ਤਾਂ ਇਹ ਚਾਹੁੰਦਾ ਜੀ, ਜਿਹੜਾ ਇਸ ਜਿਹੜੇ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਨੂੰ ਵੀ ਸਿੱਖਾਂ ਨੂੰ ਵੀ ਉੱਥੇ ਇੱਦਾਂ ਦਾ ਹੀ ਹੱਕ ਮਿਲਣਾ ਚਾਹੀਦਾ ਹੈਰੀਟੇਜ ਮੇਲੇ 'ਤੇ ਜਿੱਦਾਂ ਬਾਕੀ ਕਮਿਊਨਿਟੀਆਂ ਨੂੰ ਮਿਲ ਰਿਹਾ, ਅਤੇ ਉਹਦੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਹਾਂ, ਹਜੇ ਤੱਕ ਹੋ ਨਹੀਂ ਸਕਿਆ, ਪਰ ਜ਼ਰੂਰ ਹੋਊਗਾ। ਜਦੋਂ ਇਹ ਗੱਲ ਕਹਿੰਦੇ ਆ ਬੰਗਾ ਸਾਹਿਬ, ਉਹ ਕਦੇ ਵੀ ਜੀ ਸਿੱਖਾਂ ਦਾ ਦੇਸ਼ ਨਹੀਂ ਹੈ, ਅਸੀਂ ਉਹਨਾਂ ਨੂੰ ਤਾਂ ਨਹੀਂ ਦਿੱਤਾ, ਕਦੇ ਕਹਿ ਦਿੰਦੇ ਆ ਸਿੱਖਾਂ ਦਾ ਕਲਚਰ ਕੋਈ ਨਹੀਂ। ਫਿਰ ਉਹ ਇੱਕ ਵਾਰੀ ਅਖੀਰ 'ਚ ਉਹਨਾਂ ਨੇ ਇਹ ਗੱਲ ਕਹਿ ਛੱਡੀ ਸੀ ਜੀ ਵੀ ਕਹਿੰਦੇ ਜੇ ਅਸੀਂ ਤੁਹਾਨੂੰ ਪਵੇਲੀਅਨ ਦੇ ਦਿੱਤਾ ਅਤੇ ਭਾਰਤ ਵਰਸ਼ ਜਿਹੜਾ ਉਹ ਟੋਟੇ ਟੋਟੇ ਹੋ ਜੂ। ਇਹਦੇ ਬਾਰੇ ਕੀ ਕਹੋਗੇ? ਇਹ ਤਾਂ ਇਸ ਤਰ੍ਹਾਂ ਜੀ, ਜਿਹੜੀ ਲੋਕਾਂ ਦੀ ਜਿਹੜੀ ਆਪਣੀ ਥਿੰਕਿੰਗ ਆ, ਉਹ ਥਿੰਕਿੰਗ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਸਾਨੂੰ ਇਹ ਪਤਾ ਵੀ ਸਾਡੇ ਜਿਹੜੇ ਸਿੱਖਾਂ ਦਾ ਸਾਡਾ ਆਪਣਾ ਕਲਚਰ ਆ, ਸਾਡਾ ਆਪਣਾ ਹੈਰੀਟੇਜ ਆ, ਅਤੇ ਅਸੀਂ ਉਹ ਜਿਹੜਾ ਡਿਸਪਲੇ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਤਾਂ ਹੈਗੇ ਆ ਸਾਰੀ ਪਬਲਿਕ ਦੇ ਵਿੱਚ ਹੈਰੀਟੇਜ ਫੈਸਟੀਵਲ 'ਤੇ, ਪਰ ਇੱਥੇ ਜਿਹੜਾ ਇਹ ਸੈਕੰਡ ਆਪਸ਼ਨ ਆ, ਜੋ ਕਿ ਜਿੱਦਾਂ ਤੁਸੀਂ ਕਿਹਾ ਸਾਨੂੰ ਸੈਕੰਡ ਆਪਸ਼ਨ ਯੂਜ਼ ਕਰਨੀ ਪਈ ਆ, ਪਰ ਅਸੀਂ ਸਾਰਿਆਂ ਨੇ ਇਹ ਇੱਕ ਦਿਨ ਹੋ ਕੇ ਰਹੂਗਾ। ਅਤੇ ਹਾਂਜੀ, ਉਹ ਤੁਹਾਡੀ ਬਹੁਤ ਮਿਹਰਬਾਨੀ ਇਸ ਗੱਲ ਲਈ। ਉਹ ਬੰਗਾ ਸਾਹਿਬ, ਗੱਲ ਇਹ ਆ ਵੀ ਇਹ ਜਿਹੜਾ ਮੇਲਾ ਕਰਵਾਇਆ ਜਾਂਦਾ, ਇੱਥੇ ਖਰਚਾ ਵਰਚਾ ਵੀ ਸਾਰਾ ਲੋਕਾਂ ਕੋਲੋਂ ਆਪ ਹੀ ਇਕੱਠਾ ਕਰਨਾ ਪੈਂਦਾ, ਜਦੋਂ ਦੂਸਰੇ ਮੇਲੇ ਦੇ ਵਿੱਚ ਪੈਸਾ ਜਿਹੜਾ ਉਹ ਕਾਫੀ ਸਿਟੀ ਵੱਲੋਂ ਵੀ ਦਿੱਤਾ ਜਾਂਦਾ, ਚਾਹੇ ਉਹ ਫੈਡਰਲ ਗੌਰਮੈਂਟ ਵੱਲੋਂ ਆਉਂਦਾ ਜਾਂ ਪ੍ਰੋਵਿੰਸ਼ੀਅਲ ਗੌਰਮੈਂਟ ਵੱਲੋਂ, ਉਹਦਾ ਕੁਝ ਹਿੱਸਾ ਇਹਨਾਂ ਨੂੰ ਵੀ ਤਾਂ ਮਿਲਣਾ ਚਾਹੀਦਾ ਕਿ ਨਹੀਂ? ਹਾਂਜੀ, ਉਹ ਇਸ ਤਰ੍ਹਾਂ ਜੀ, ਸਾਰਿਆਂ ਨਾਲੋਂ ਵੱਡੀ ਗੱਲ ਇਹ ਆ ਵੀ ਇਹ ਜਿਹੜਾ ਨਾ ਹੈਰੀਟੇਜ ਫੈਸਟੀਵਲ ਆ, ਇਹ ਇਕੱਲਾ ਇੱਕ ਜਿਹੜਾ ਕਲਚਰ ਜਾਂ ਹੈਰੀਟੇਜ ਦਾ ਨਹੀਂ ਹੈਗਾ, ਇਹ ਸਾਰਿਆਂ ਦਾ। ਉਹਦੇ ਵਿੱਚ ਸਾਨੂੰ ਥਾਂ ਮਿਲਣਾ ਚਾਹੀਦਾ, ਅਤੇ ਨਾਲ ਇਹ ਵੀ ਆ ਮਿਲੂਗਾ ਵੀ, ਇਹ ਮੈਂ ਪੂਰੇ ਦਾਅਵੇ ਨਾਲ ਕਹਿਣਾ ਵੀ ਸਾਡੇ ਹੁੰਦਿਆਂ ਮਿਲੂਗਾ ਵੀ। ਪਰ ਜਿਹੜਾ ਜਿਹੜੇ ਪੈਸਿਆਂ ਦਾ ਮਾਮਲਾ ਆ, ਹਾਂ, ਉਹ ਜੇ ਹੋਰ ਕੁਛ ਨਹੀਂ ਹੋ ਸਕਦਾ ਫॉर द ਟਾਈਮ ਬੀਇੰਗ, ਜਿਹੜੀ ਫਾਈਨੈਂਸ਼ੀਅਲ ਸਪੋਰਟ ਆ ਉਹ ਚਾਹੀਦੀ ਆ, ਅਤੇ ਮੈਂ ਉਹਦੇ ਲਈ ਐਡਵੋਕੇਟ ਕਰੂੰਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਲਈ ਵੀ ਔਰ ਆਪਣੇ ਵਿਚਾਰ ਪ੍ਰਗਟ ਕਰਨ ਲਈ ਵੀ। ਬੜੀ ਮਿਹਰਬਾਨੀ ਜੀ। ਲਓ, ਹੁਣ ਅਸੀਂ ਵਾਰਡ 11 ਜਿਹੜਾ ਹੋਇਆ ਕਰਦਾ ਸੀਗਾ ਪਹਿਲਾਂ, ਉਹਦਾ ਹੁਣ ਨਾਂ ਕੁਝ ਬਦਲ ਦਿੱਤਾ ਗਿਆ। ਉਹਦੇ ਜਿਹੜੇ ਉੱਥੋਂ ਉਮੀਦਵਾਰ ਨੇ ਕੌਂਸਲ ਦੇ, ਸਾਨਾ ਕਾਕੜ ਹੋਰੀ, ਉਹ ਮੇਰੇ ਨਾਲ ਇਸ ਵੇਲੇ ਇੱਥੇ ਮੇਲੇ ਤੇ ਪਹੁੰਚੇ ਹੋਏ ਨੇ। ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਧੰਨਵਾਦ ਕਰਦੇ ਹਾਂ। ਕਾਕੜ ਸਾਹਿਬ, ਤੁਸੀਂ ਆਏ ਹੋ ਮੇਲੇ ਤੇ। ਥੈਂਕ ਯੂ ਵੈਰੀ ਮਚ। ਮਿਹਰਬਾਨੀ, ਬੜੀ ਮਿਹਰਬਾਨੀ।
ਔਰ ਮੈਨੂੰ ਪਤਾ ਲੱਗਾ ਕਿ ਤੁਸੀਂ ਵਾਰਡ 11 ਜਿਹਨੂੰ ਪਹਿਲਾਂ ਕਹਿੰਦੇ ਸੀਗੇ ਉਹਦਾ ਨਾਂ ਤੇ ਉਹਦੀਆਂ ਕੁਝ ਬਾਉਂਡਰੀਜ਼ ਚੇਂਜ ਕਰ ਦਿੱਤੀਆਂ ਗਈਆਂ ਜੀ ਹੁਣ। बाउंड्री चेंज हुई है, ना है गारियो, ये इंडिजिनस नेम है, और बाउंड्री ये है कि 50 स्ट्रीट 50 स्ट्रीट कैलगरी ट्रेल ਦੇ ਵਿੱਚ ईस्ट वेस्ट और वाइट मड ड्राइव दे साउथ ऑल द वे टू सिटी बाउंड्रीज। तो ये न्यू बाउंड्रीज है इस वार्ड 11 के, तो उससे मैं खड़ा हूँ। अच्छा काकड़ साहब, आप किस वजह से आप ये इलेक्शन की जो मतलब काउंसिल की जो इलेक्शन होने जा रही है उसमें आपने अपना नाम दिया, कौन सी वजह, क्या कारण हुए? मेरे जो प्रोफेशन है वो आर्किटेक्चर एंड प्लानिंग है, और मेरा पोस्ट प्रोफेशनल जो मास्टर्स डिग्री है McGill यूनिवर्सिटी से वो हाउसिंग में है। तो अफोर्डेबल हाउसिंग, लो कॉस्ट हाउसिंग, ये मेरा स्पेशलिटी है। तो जब मैं देखता हूँ एडमिंटन में यहाँ पे जो पॉलिसी है या यहाँ पर जो इंफ्रास्ट्रक्चर है उसकी हालत देख रहा हूँ, तो मुझे लगता है कि एक पॉलिटिशियन की बजाय एक जो प्रोफेशनल आए इस पोजीशन पे वो ज़्यादा बेहतर काम कर सकता है, वो चीज़ों को सही समझता है, उसको ठीक कर सकता है। इसके अलावा कुछ अरसे से एक और मसला इधर चल रहा है कि ये हेट क्राइम्स हो रहे हैं, लोगों को यहाँ पे तंग किया जा रहा है। तो कम्युनिटी की एक रिप्रेजेंटेशन हर जगह होनी चाहिए जहाँ पे हम लोगों को दिखा सकें कि भाई हम लोग यहाँ पर रहने के लिए आए हैं और हम यहाँ से जाने वाले नहीं हैं। चाहे आप हमें जितना तंग करेंगे, जो भी साउथ एशियन है, जो भी है, हमने यहाँ रहना है। क्योंकि ये लोग जो हमले कर रहे हैं एक ही मज़हब के लोगों पर, लेकिन जो साउथ एशिया वाले हैं, जैसे सिख ब्रदर सिस्टर्स हैं, जैसे हिंदू हैं, जैसे दूसरे हैं, वो सब एक ही तरह के कपड़े एक ही तरह के पहनते हैं। वो थोड़ी पूछते हैं कि आप कौन से मज़हब से हो, वो तो देखेंगे कि दुपट्टे वाली कोई लेडी जा रही है, हाँ रंग भी एक है, कपड़े भी एक है, वो हमला करेगा। तो इसके लिए भी हमें इन लोगों को दिखाना चाहिए कि हम यहाँ पर आए हैं, हम यहाँ रहेंगे और यहाँ पर आप हमें नहीं निकाल सकते, ताकि वो हमारी शक्लें देख देख कर वो भी इससे यूज्ड टू हो जाए। That's one of the reasons also. अच्छा, आपको कौन से मसले लगते हैं गैरीहू वार्ड के जो हैं, कौन से मसले हैं अभी उधर? गैरीहू वार्ड के जो मसले हैं ये पूरे शहर के मसले भी हैं। सिटी काउंसिल में जब हम जाएंगे तो मसले जो है वो सब शहर के मसले ही होंगे। यहाँ पे बड़े मसले इंफ्रास्ट्रक्चर के हैं, यहाँ पे हाउसिंग का मसला है, लोगों के पास हाउसिंग नहीं है, और जो हाउसिंग स्टॉक अभी मौजूद है दैट इज़ ऑल्सो क्रम्बलिंग। बहुत से एरिया जो मिल वुड्स में आप जाएं तो हाउसिंग आपको लगेगी कि अभी बस ये ख़त्म होने वाली। तो उन सब को अपग्रेड करना है, उनको इंफ्रास्ट्रक्चर को रिवैम्प करना है, ये चीज़ें बहुत ज़रूरी हैं। दूसरे जो अहम चीज़ है शहर के लिए कि टैक्स जो है, प्रॉपर्टी टैक्स या दूसरे टैक्स बढ़ रहे हैं, उनको कैप करना है, क्योंकि टैक्स जितना बढ़ेगा ये शहर जो है वो अनअफोर्डेबल होता जाएगा, लोग यहाँ पर ज़्यादा अरसा रह नहीं सकेंगे। तो शहर के लिए एक दूसरी जो रेवेन्यू स्ट्रीम है कि पैसा कमाने के दूसरे ज़राए जो है वो हमें तलाश करने हैं, तो उसके लिए भी मेरा प्लान है। फिर ये जो पावर्टी है, ड्रग एडिक्शन है, होमलेसनेस है, उस पर भी थोड़ा काम करेंगे। तो इस तरह की कुछ चीज़ें हैं अभी मेरे जहन में। अगर मेरी वेबसाइट पर जाएँ sanakakad.ca तो वहाँ पर आपको पूरा प्लान मिलेगा। ਸਤਿ ਸ਼੍ਰੀ ਅਕਾਲ। ਤਾਂ ਤੁਹਾਡਾ ਨਾਂ ਕੀ ਆ? ਦਿਲਬਾਗ ਸਿੰਘ। ਤਾਂ ਇੱਥੇ ਤੁਹਾਡਾ ਬਿਜ਼ਨਸ ਆ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਸਾਡਾ ਆਟੋਮੋਟਿਵ ਦਾ ਬਿਜ਼ਨਸ ਹੈਗਾ, ਸੁਜ਼ੂਕੀ ਆਫ ਐਡਮਿੰਟਨ ਕਰਕੇ। ਸੋ ਆਟੋਮੋਟਿਵ ਰਿਪੇਅਰ, ਕਾਰ ਰਿਪੇਅਰਸ ਦਾ ਕੰਮ ਕਰਦੇ ਹੈਗੇ। ਤਾਂ ਆਪਾਂ ਇੱਥੇ ਹੁਣ ਸਿੱਖ ਹੈਰੀਟੇਜ ਫੈਸਟੀਵਲ ਤੇ ਆਏ ਆ, ਤੁਹਾਨੂੰ ਇੱਥੇ ਦਾ ਮਾਹੌਲ ਕਿੱਦਾਂ ਲੱਗਦਾ? ਇੱਥੇ ਆ ਕੇ ਤੁਹਾਨੂੰ ਪਾਰਟਿਸਿਪੇਟ ਕਰਕੇ ਕਿੱਦਾਂ ਲੱਗਦਾ? ਇੱਥੇ ਬਹੁਤ ਵਧੀਆ ਲੱਗ ਰਿਹਾ ਹੈਗਾ ਜੀ, ਸਪੈਸ਼ਲੀ ਐਤਕੀ ਕੋਵਿਡ ਤੋਂ ਬਾਅਦ ਇਹ ਪਹਿਲੀ ਸਾਰੇ ਆਪਣੇ ਪੰਜਾਬੀਆਂ ਦੀ ਇਕੱਠ ਹੋਇਆ ਹੈਗਾ। ਸੋ ਜਿਹੜਾ ਕਿ ਬਹੁਤ ਵਧੀਆ ਹੈ, ਬਜ਼ੁਰਗਾਂ ਨੂੰ ਬਹੁਤ ਅੱਛਾ ਲੱਗ ਰਿਹਾ ਕਿ ਬਾਹਰ ਆ ਰਹੇ ਨੇ, ਇੰਨੀ ਦੇਰ ਬਾਅਦ ਸਾਰੇ ਘਰਾਂ ਦੇ ਵਿੱਚ ਕੈਦ ਸੀਗੇ ਆਲਮੋਸਟ ਇੱਕ ਤਰ੍ਹਾਂ ਦੇ। ਸੋ ਉਸ ਕਰਕੇ ਬਹੁਤ ਵਧੀਆ ਉਪਰਾਲਾ ਹੈਗਾ ਜੀ। ਤਾਂ ਸਿੱਖ ਫੈਡਰੇਸ਼ਨ ਦੇ ਕੰਮ ਬਾਰੇ ਤੁਹਾਨੂੰ ਕੀ ਵਿਚਾਰ ਆ ਤੁਹਾਡੇ? ਬਹੁਤ ਵਧੀਆ ਕਰ ਰਹੇ ਨੇ ਜੀ, ਅੱਛੀ ਗੱਲ ਹੈ। ਸਿੱਖ ਫੈਡਰੇਸ਼ਨ ਕੋਈ ਵੀ ਕਿਸੇ ਤਰ੍ਹਾਂ ਦੀ ਫੈਡਰੇਸ਼ਨ ਹੋਵੇ, ਜਿਹੜੇ ਵੀ ਕਿਸੇ ਵੀ ਕਹਿ ਲਓ ਪੇ ਲੋਕਾਂ ਦੇ ਇੰਟਰਟੇਨਮੈਂਟ ਵਾਸਤੇ ਜਾਂ ਕਿਸੇ ਵੀ ਭਲਾਈ ਦੇ ਕੰਮ ਵਾਸਤੇ ਕੰਮ ਕਰਦੇ ਨੇ, ਉਹ ਬਹੁਤ ਅੱਛੀ ਗੱਲ ਹੈ, ਬਹੁਤ ਸਲਾਹਣਯੋਗ ਕਦਮ ਹੈਗਾ ਜੀ ਇਹ। ਥੈਂਕ ਯੂ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।